ਉੱਥੇ ਜੇ ਮੈਂ ਚਲਾ ਕੇ ਕੇਲੇ ਦਾ ਛਿਲਕਾ ਮਾਰੂੰਗਾ ਤਾਂ ਮਗਰ ਭਗਵੰਤ ਮਾਨ ਨੇ ਥੋੜੀ ਆ ਕੇ ਚੱਕਣਾ। ਇਮਾਰਤ ਜਿੰਨੀ ਮਰਜ਼ੀ ਉੱਚੀ, ਜਿੰਨੀ ਮਰਜ਼ੀ ਵੱਡੀ, ਜਿੰਨੀ ਮਰਜ਼ੀ ਖੁੱਲੀ ਡੁੱਲੀ ਹੋਏ, ਉਹਦੀ ਸ਼ੁਰੂਆਤ। ਰੌਲਾ ਇਹ ਆ ਪੰਜਾਬੀਆਂ ਦਾ ਕਿ ਅਸੀਂ ਲਾਂਭੇ ਹੀ ਦੇਈ ਜਾਂਦੇ, ਸਾਰੀ ਉਮਰ ਉਹ ਲਾਂਭਿਆਂ 'ਚ ਕੱਢ ਦਿੰਦੇ ਆ ਜੀ। ਗੁਆਂਢੀਆਂ 'ਚ ਲਾਂਭੇ, ਰਿਸ਼ਤੇਦਾਰੀਆਂ 'ਚ ਲਾਂਭੇ, ਸਰਕਾਰਾਂ 'ਚ ਲਾਂਭੇ, ਸਰਪੰਚ ਨੂੰ ਲਾਂਭੇ। ਜੰਮਦਾ ਉਹ ਪਹਿਲੇ ਦਿਨ ਹੀ ਤੁਰਨਾ ਨਹੀਂ ਸ਼ੁਰੂ ਕਰ ਦਿੰਦਾ, 2-2.5 ਸਾਲ ਉਹਨੂੰ ਲੱਗਦੇ ਨੇ। ਪਹਿਲਾਂ ਰਿੜਦਾ, ਫਿਰ ਹੌਲੀ 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 ਖੜਾ ਹੋਣਾ ਸਿੱਖਦਾ, ਫਿਰ ਉਸ ਤੋਂ ਬਾਅਦ। ਹਾਂਜੀ, ਕਿੱਦਾਂ ਬੋਲੇ ਤੇ ਕੀ ਹਾਲ ਚਾਲ ਆ? ਆਸ ਉਮੀਦ ਹੈ ਸਾਰੇ ਚੜ੍ਹਦੀ ਕਲਾ 'ਚ ਹੋ। ਤੇ ਅੱਜ ਤੁਹਾਨੂੰ ਥੋੜੇ ਜਿਹੇ ਚੱਜ ਦੇ ਬੰਦਿਆਂ ਦੇ ਨਾਲ ਮਿਲਾਉਂਦੇ ਆ। ਅਸੀਂ ਤਾਂ ਤੁਹਾਨੂੰ ਨਕੰਮੇ ਜਿਹੇ ਮਿਲਦੇ ਰਹੀਦਾ ਹੈ ਨਾ, ਤੇ ਜਦੋਂ ਤੁਹਾਨੂੰ ਚੱਜ ਦੇ ਬੰਦੇ ਮਿਲਾਉਣੇ ਹੋਣ ਫਿਰ ਥੋੜਾ ਜਿਹਾ ਨਹਾ ਧੋ ਕੇ ਆਉਣਾ ਹੁੰਦਾ, ਜਿਹੜਾ ਮੈਂ ਅੱਜ ਆ ਗਿਆ ਹੈ ਨਾ। ਤੇ ਆ ਲਓ ਜੀ। ਹਾਂਜੀ ਬਾਈ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ? ਚੜ੍ਹਦੀ ਕਲਾ ਜੀ। ਚਲੋ ਬਹੁਤ ਵਧੀਆ। ਆ ਗੱਡੀ ਵਾਲਾ ਨਾ ਸਾਨੂੰ ਥੱਲੇ ਦੇ ਦੇਵੇ, ਬਾਕੀ ਤਾਂ ਠੀਕ ਆ, ਯਾਦਾਂ ਰਹਿ ਜਾਣ। ਠੀਕ ਆ। ਅੱਛਾ, ਇਹ ਬਲੇਤੀਏ ਆਏ ਆ ਸਾਡੇ ਕੋਲ, ਥੋੜੇ ਦਿਨ ਹੋਏ ਆ, ਤੇ ਆਏ ਵੀ ਥੋੜੇ ਦਿਨਾਂ ਲਈ ਆ। ਮੈਨੂੰ ਲੱਗਦਾ ਇਹਨਾਂ ਦਾ 1 ਵੀਕ ਦਾ ਹੀ ਆ ਬਸ ਹੀ ਰਾਸ਼ਨ ਪਾਣੀ ਸਾਡੇ ਕੋਲ। ਤੇ ਕਿੱਦਾਂ ਦਾ ਲੱਗਿਆ ਬਾਈ ਜੀ? ਚੰਗਾ ਲੱਗਾ। ਮੈਂ ਕੈਨੇਡਾ ਜਾ ਕੇ ਵੀ ਦੇਖਿਆ, ਨਿਊਜ਼ੀਲੈਂਡ ਵੀ, ਆਸਟ੍ਰੇਲੀਆ ਵੀ। ਉਹਦੇ ਨਾਲੋਂ ਤਾਂ ਮੈਨੂੰ ਬਹੁਤ ਵੱਖਰਾ ਲੱਗਾ, ਕਿਉਂਕਿ ਇੱਥੇ ਸੜਕਾਂ ਭੀੜੀਆਂ, ਉੱਥੇ ਸੜਕਾਂ ਖੁੱਲੀਆਂ। ਇਹ ਥੋੜਾ ਜਿਹਾ ਭੀੜਾ ਦੇਸ਼ ਲੱਗਾ ਮੈਨੂੰ, ਉਹ ਥੋੜੇ ਜਿਹੇ ਖੁੱਲੇ ਡੁੱਲੇ ਦੇਸ਼ ਲੱਗੇ ਆ, ਪਰ ਫਿਰ ਵੀ ਪ੍ਰਬੰਧਾਂ ਦੇ ਪੱਖ ਤੋਂ ਵਧੀਆ ਜੀ। ਤੇ ਤੁਸੀਂ ਦੱਸੋ ਜੀ? ਮੈਨੂੰ ਬਹੁਤ ਚੰਗਾ ਲੱਗਿਆ, ਕਿਉਂਕਿ ਇਸ ਤੋਂ ਪਹਿਲਾਂ ਮੈਂ ਨਿਊਜ਼ੀਲੈਂਡ ਜਾ ਕੇ ਆਈ ਹਾਂ। ਨਿਊਜ਼ੀਲੈਂਡ ਨਾਲੋਂ ਮੈਨੂੰ ਥੋੜਾ ਜਿਹਾ ਵੱਖਰਾ ਲੱਗਿਆ, ਪਰ ਇੱਥੇ ਮੈਨੂੰ ਇੱਕ ਚੀਜ਼ ਬਹੁਤ ਸੋਹਣੀ ਲੱਗੀ ਕਿ ਇੱਥੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਪੁਰਾਣੀਆਂ ਇਮਾਰਤਾਂ ਨੇ, ਉਹਨਾਂ ਨੂੰ ਬਹੁਤ ਸੰਭਾਲ ਕੇ ਬਹੁਤ ਸੋਹਣੇ ਤਰੀਕੇ ਨਾਲ ਰੱਖਿਆ ਹੋਇਆ ਹੈ। ਕਿਉਂਕਿ ਹਮੇਸ਼ਾ ਅਸੀਂ ਇਹ ਗੱਲ ਕਰਦੇ ਹੁੰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਿ ਜੋ ਅਹਿਸਾਸ ਤੁਹਾਨੂੰ ਪੁਰਾਣੀ ਚੀਜ਼ ਨੂੰ ਛੂਹ ਕੇ ਹੁੰਦਾ ਹੈ ਨਾ, ਜੋ ਤੁਹਾਨੂੰ ਆਪਣੀ ਵਿਰਾਸਤ ਦੇ ਨਾਲ ਲਗਾ ਹੁੰਦਾ ਹੈ, ਕਹਿ ਲਓ, ਜਾਂ ਜੇ ਆਪਾਂ ਇੰਡੀਆ ਦੀ ਵੀ ਗੱਲ ਕਰਦੇ ਹਾਂ ਤਾਂ ਵੀ ਉੱਥੇ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੂੰ ਛੂਹ ਕੇ ਜੋ ਤੁਹਾਨੂੰ ਅਹਿਸਾਸ ਹੁੰਦਾ, ਉਹ ਨਵੀਂ ਚੀਜ਼ ਨੂੰ ਛੂਹ ਕੇ ਨਹੀਂ ਹੁੰਦਾ। ਸੋ ਇੱਥੇ ਵੀ ਜਿਵੇਂ ਅਸੀਂ ਪਿੱਛੇ ਵੇਖਿਆ ਕਿ ਜਿਹੜੇ ਸੈਕੰਡ ਵਰਲਡ ਵਾਰ ਦੇ ਜਿਹੜੇ ਸਿੱਖ ਨੇ, ਉਹਨਾਂ ਦਾ ਬੁੱਤ ਲਾਇਆ ਹੋਇਆ ਉੱਥੇ, ਜਿਨ੍ਹਾਂ ਨੇ ਉਹਦੇ 'ਚ ਹਿੱਸਾ ਲਿਆ ਸੀ, ਹੈ ਨਾ। ਸੋ ਉਹ ਸਾਰਾ ਕੁਝ ਵੇਖ ਕੇ ਤਾਂ ਮਨ ਨੂੰ ਬੜੀ ਤਸੱਲੀ ਹੁੰਦੀ ਵੀ ਘੱਟੋ ਘੱਟ ਆਪਣੇ ਸੱਭਿਆਚਾਰ ਨੂੰ, ਪੁਰਾਣੀਆਂ ਚੀਜ਼ਾਂ ਨੂੰ, ਵਿਰਾਸਤੀ ਚੀਜ਼ਾਂ ਨੂੰ ਇਸ ਮੁਲਕ ਨੇ ਸਾਂਭ ਕੇ ਰੱਖਿਆ ਹੋਇਆ ਜੀ। ਅੱਛਾ, ਇੱਕ ਗੱਲ ਹੋਰ ਦੱਸਦੇ ਆ ਕਿ ਜਦੋਂ ਵੀ ਤੁਸੀਂ ਕੋਈ ਇਦਾਂ ਦੀ ਬਿਲਡਿੰਗ ਜਾਂ ਘਰ ਦੇਖਦੇ ਆ ਨਾ, ਉਹਨੂੰ ਤੁਸੀਂ ਅੰਦਰੋਂ ਆਪਣੀ ਮਰਜ਼ੀ ਦੇ ਨਾਲ ਸਵਾਰ ਸਕਦੇ ਆ, ਜਿੱਦਾਂ ਦਾ ਮਰਜ਼ੀ ਬਣਾ ਸਕਦੇ, ਬਟ ਬਾਹਰੋਂ ਉਦਾਂ ਦਾ ਹੀ ਰੱਖਣਾ ਪੈਣਾ, ਇਹ ਬਾਏ ਲਾਅ ਆ। ਸੋ ਜਦੋਂ ਹੁਣ ਆਪਾਂ ਅੰਮ੍ਰਿਤਸਰ ਜਾਂਦੇ ਆ ਜਾਂ ਹੋਰ ਇਤਿਹਾਸਿਕ ਜਗ੍ਹਾ ਤੇ ਜਾਂਦੇ ਆ, ਜਲਿਆਂਵਾਲਾ ਬਾਗ ਦੀ ਗੱਲ ਹੁੰਦੀ ਆ, ਉੱਥੇ ਤਾਂ ਉਹ ਨਿਸ਼ਾਨ ਹੀ ਮਿਟਾਈ ਜਾਂਦੇ ਆ। ਸੋ ਸਾਡੇ ਪੰਜਾਬ ਦਾ ਤਾਂ ਹਾਂ ਮਾੜੀ ਗੱਲ ਆ। ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀਆਂ ਸਰਕਾਰਾਂ ਗਲਤ ਆ ਜੀ। ਅਸੀਂ ਸਾਰੇ ਗੱਲ ਕਹਿੰਦੇ ਸਰਕਾਰਾਂ ਮਾੜੀਆਂ, ਸਰਕਾਰਾਂ ਮਾੜੀਆਂ। ਪਹਿਲਾਂ ਤਾਂ ਆਪ ਦਾ ਚਿੰਤਨ ਕਰਨਾ ਚਾਹੀਦਾ ਵੀ ਅਸੀਂ ਕਿੰਨੇ ਕੁ ਚੰਗੇ ਆ। ਮੈਂ ਆਪਦੇ ਤੋਂ ਸ਼ੁਰੂ ਕਰਾਂ ਵੀ ਮੈਂ ਕਿੰਨਾ ਕੁ ਚੰਗਾ, ਤੁਸੀਂ ਆਪਣੇ ਤੋਂ ਕਰੋ, ਹਰਮਨ ਜੀ ਆਪਣੇ ਤੋਂ ਕਰਨ, ਸਾਰੇ ਕਰੀਏ। ਪਹਿਲਾਂ ਤਾਂ ਮੰਨਣਾ ਪਊਗਾ ਵੀ ਅਸੀਂ ਚੰਗੇ ਨਹੀਂ, ਫਿਰ ਅਸੀਂ ਚੰਗੇ ਬਣਾਂਗੇ, ਇੱਧਰ ਕਦਮ ਵਧਾਉਣਾ ਪਊਗਾ। ਸਾਡਾ ਰੌਲਾ ਇਹ ਆ ਪੰਜਾਬੀਆਂ ਦਾ ਕਿ ਅਸੀਂ ਲਾਂਭੇ ਹੀ ਦੇਈ ਜਾਂਦੇ, ਸਾਰੀ ਉਮਰ ਉਹ ਲਾਂਭਿਆਂ 'ਚ ਕੱਢ ਦਿੰਦੇ ਆ ਜੀ। ਗੁਆਂਢੀਆਂ 'ਚ ਲਾਂਭੇ, ਰਿਸ਼ਤੇਦਾਰੀਆਂ 'ਚ ਲਾਂਭੇ, ਸਰਕਾਰਾਂ 'ਚ ਲਾਂਭੇ, ਸਰਪੰਚ ਨੂੰ ਲਾਂਭੇ, ਨਾਲ ਕੋਈ ਇੱਟ ਖੜਕਾ ਸਾਡਾ ਚੱਲਦਾ ਹੀ ਰਹਿੰਦਾ। ਜਦ ਕਿ ਸਾਡਾ ਧਿਆਨ ਕੇਂਦਰਤਾ ਜਿਹੜਾ ਉਹ ਕੰਮ ਦੇ ਵੱਲ ਹੋਣਾ ਚਾਹੀਦਾ। ਮੈਨੂੰ ਤਾਂ ਲੱਗਦਾ ਨਹੀਂ ਵੀ ਇੱਥੇ ਗੋਰੇ ਦੇ ਕਮੈਂਟ ਜਿਹੜੇ ਕੋਈ ਗੰਦੇ ਮੰਦੇ ਕਰਦਾ ਹੋਊਗਾ, ਆਪਾਂ ਧੀ ਭੈਣ ਇੱਕ ਮਿੰਟ ਲਾਉਣੇ ਉੱਥੇ ਕਰਨ ਲੱਗੇ। ਵਿਚਾਰਧਾਰਕ ਮਤਭੇਦ ਆ ਜਿਹੜੇ, ਉਹ ਸਾਡੇ ਦੁਸ਼ਮਣੀ 'ਚ ਕਦੋਂ ਬਦਲ ਗਏ? ਅਸੀਂ ਕਿਹਨੂੰ ਜੱਜ ਕਰਕੇ ਆਪੇ ਹੀ ਗੰਦਾ ਕਹਿਤਾ, ਆਪ ਹੀ ਉਹਨੂੰ ਚੰਗਾ ਬਣਾਤਾ, ਘੰਟੇ ਬਾਅਦ ਸਾਡੇ ਵਿਚਾਰ ਬਦਲਦੇ ਆ। ਆਪ ਚੰਗੇ ਹੋਵਾਂਗੇ ਤਾਂ ਚੰਗਾ ਬਣੂਗਾ। ਮੈਨੂੰ ਲੱਗਦਾ ਵੀ ਹੁਣ ਜਿਹੜਾ ਤੁਹਾਡੇ ਇੱਥੇ ਮਗਰ ਡੇਵਿਡ ਕੈਮਰਨ ਥੋੜੀ ਭੱਜਿਆ ਫਿਰਦਾ ਆਪਣੇ, ਜਾਂ ਮਗਰ ਤੁਹਾਡੇ ਹੋਰ MP ਜਿਹੜੇ ਆ ਉਹ ਥੋੜੀ ਫਿਰਦੇ ਆ, ਪਰ ਤੁਸੀਂ ਇੱਥੇ ਗੰਦ ਨਹੀਂ ਪਾਉਂਦੇ। ਹੁਣ ਉੱਥੇ ਜੇ ਮੈਂ ਚਲਾ ਕੇ ਕੇਲੇ ਦਾ ਛਿਲਕਾ ਮਾਰੂੰਗਾ ਤਾਂ ਮਗਰ ਭਗਵੰਤ ਮਾਨ ਨੇ ਥੋੜੀ ਆ ਕੇ ਚੱਕਣਾ ਉਹ। ਸੋ ਇਹ ਸਾਡੀਆਂ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਦੇ ਵਿੱਚ ਸ਼ਾਮਲ ਹੈ ਨਹੀਂ ਗੱਲਾਂ। ਸਾਡੀ ਪੌਣੀ ਤੋਂ ਵੱਧ ਜ਼ਿੰਦਗੀ ਉਲਾਂਭਿਆਂ 'ਚ ਨਿਕਲਦੀ ਆ, ਨੁਕਸ ਕੱਢਣ ਦੀ ਨਿਕਲਦੀ ਆ, ਜਦ ਕਿ ਨੁਕਸਾਂ ਦਾ ਭੰਡਾਰ ਅਸੀਂ ਆਪ ਵੀ ਆ ਜੀ। ਪਰ ਡੈਨਾ ਸਾਹਿਬ, ਤੁਹਾਨੂੰ ਡੇਵਿਡ ਕੈਮਰਨ ਕਿੱਥੋਂ ਚੇਤੇ ਆ ਗਏ? ਉਦਾਂ ਹੀ ਆ ਗਿਆ। ਮੈਂ ਕਿਹਾ ਫਿਰ ਵੀ ਭਾਈ ਬੰਦਾ ਆਪਣਾ। ਇਹਨਾਂ ਨੂੰ ਵੈਸੇ ਜਸਿੰਡਾ ਜ਼ਿਆਦਾ ਯਾਦ ਆਉਂਦੀ ਆ। ਬਿਲਕੁਲ ਸਹੀ ਹੈ, ਕਿਉਂਕਿ ਉੱਥੇ ਅਸੀਂ ਲੋਕਡਾਊਨ 'ਚ ਫਸ ਗਏ ਸੀ, ਤਾਂ ਉੱਥੇ ਫਿਰ ਉਹ 10 ਦਿਨ 100 ਦਿਨ ਬਣ ਗਏ ਜੀ, ਤੇ ਇਸ ਲਈ ਫਿਰ ਉੱਥੇ ਜ਼ਿਆਦਾ ਸਮਾਂ ਰਹਿਣ ਦਾ ਮੌਕਾ ਮਿਲਿਆ, ਤਾਂ ਕਰਕੇ ਉਹ ਉੱਥੋਂ ਚੇਤੇ ਆਉਂਦੇ ਆ। ਜਦੋਂ ਤੁਸੀਂ ਹਰ ਰੋਜ਼ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਕਿ ਬਾਕੀ ਜਿਹੜੇ ਭਾਈਚਾਰਿਆਂ ਦੇ ਲੋਕ ਆ ਉਹ ਆਪਸ ਦੇ ਵਿੱਚ ਕਿਵੇਂ ਰਹਿੰਦੇ ਆ ਜੀ। ਇਹ ਗੱਲ ਬੜੀ ਸੱਚੀ ਤੇ ਸਹੀ ਆ ਕਿ ਸਾਡੇ ਪੰਜਾਬੀਆਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਜੀ, ਸਾਡੇ ਪੰਜਾਬੀਆਂ ਦੀ ਬਹੁਤ ਵੱਡੀ ਦਰਿਆਦਿਲੀ ਆ ਜੀ, ਸਾਡਾ ਇਤਿਹਾਸ ਮਾਣਮੱਤਾ, ਸ਼ਾਨਾਮੱਤਾ ਜੀ। ਪਰ ਯਾਰ ਇਹ ਸੋਚ ਕੇ ਦੇਖੋ ਵੀ ਜੋ ਕੁਝ ਅਸੀਂ ਅੱਜ ਹਰਕਤਾਂ ਕਰਦੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜੀ, ਜਿਹੜੀਆਂ ਸਾਡੀਆਂ ਅੱਜ ਦੀਆਂ ਹਰਕਤਾਂ ਉਹ ਆਉਣ ਵਾਲੀਆਂ ਪੀੜ੍ਹੀਆਂ ਕੀ ਦੱਸਣਗੀਆਂ ਵੀ ਸਾਡੇ ਵੱਡੇ ਵਡੇਰੇ ਕੀ ਕਰਦੇ ਰਹੇ ਆ। ਅਸੀਂ ਤਾਂ ਉਹ ਪੜ੍ਹਦੇ ਆ, ਸਾਨੂੰ ਪਤਾ ਜੀ ਕਿ ਸਾਡੀਆਂ ਫਲਾਣੀਆਂ ਮਹਾਨ ਹਸਤੀਆਂ ਜਿਨ੍ਹਾਂ ਨੇ ਅਸੀਂ ਪੈਰ ਵਰਗੇ ਵੀ ਨਹੀਂ। ਪਰ ਯਾਰ ਅੱਜ ਵਰਤਮਾਨ ਦੇ ਵਿੱਚ ਅਸੀਂ ਕੁਛ ਨਹੀਂ ਕਰਦੇਗੇ, ਗੰਦ ਪਾਇਆ,
ਲੜਾਇਆ, ਧਰਮ ਦੇ ਨਾਂ ਤੇ ਲੜੇ ਆ, ਰਾਜਨੀਤਿਕ ਲੋਕਾਂ ਪਿੱਛੇ ਸਿਰ ਪਾੜੇ ਆ, ਨੁਕਸ ਕੱਢੇ ਆ। ਸਾਡੇ ਕਿਰਦਾਰ ਨਹੀਂ ਚੰਗੇ, ਸਾਡੇ ਕਿਰਦਾਰ ਬਹੁਤ ਮਾੜੇ ਹੋ ਗਏ ਆ। ਹੁਣ ਤੁਸੀਂ ਦੇਖ ਲਿਓ, ਦਾਅਵੇ ਨਾਲ ਕਹਿਣਾ ਮੈਂ 15-18 ਜਾਣੇ ਇੱਧਰ ਵੀ ਆਉਣਗੇ, ਲੈ ਆਪ ਕਿਹੜਾ ਚੰਗੇ, ਮੈਂ ਤਾਂ ਕਹਿਣਾ ਮੈਂ ਚੰਗਾ ਨਹੀਂ, ਪਰ ਆਪ ਜੀ ਕਿੰਨੇ ਕੁ ਚੰਗੇ ਹੋ, ਗੱਲ ਤਾਂ ਇਹ ਆ ਜੀ। ਹਰ ਇੱਕ ਬੰਦੇ ਨੂੰ ਆਪਣਾ ਆਪ ਸਵਾਰਨਾ ਪਊਗਾ। ਅਸੀਂ ਹਮੇਸ਼ਾ ਉਲਾਮੇ ਦੇ ਕੇ ਦੂਜੇ ਸਾਨੂੰ ਵੀ ਬੜਾ ਕਹਿੰਦੇ ਆ, ਸਾਨੂੰ ਕਹਿੰਦੇ ਤੁਸੀਂ ਵਿਕ ਗਏ ਜੀ। ਸਾਨੂੰ ਬੜੇ ਸੱਜਣ ਕਹਿ ਦਿੰਦੇ ਆ ਤੁਸੀਂ ਵਿਕ ਗਏ, ਤੇ ਸਾਨੂੰ ਕਦੇ ਨਹੀਂ ਸਾਨੂੰ ਪਤਾ ਨਹੀਂ ਹੁੰਦਾ ਵੀ ਸਾਨੂੰ ਖਰੀਦਿਆ ਕੀ ਨਹੀਂ ਆ, ਖਰੀਦਿਆ ਕਿਹਨੇ ਆ, ਤੇ ਨਾਲੇ ਨੋਟ ਕਿਹੜੇ ਭਾਈ ਸਾਹਿਬ ਕੋਲ ਬਹਿ ਕੇ ਗਿਣ ਕੇ ਗਏ ਸੀ। ਮੈਨੂੰ ਇੱਕ ਵਾਰੀ ਇੱਕ ਸੱਜਣ ਕਹਿੰਦਾ ਜੀ ਤੁਸੀਂ ਵਿਕ ਗਏ ਆ, ਤੁਹਾਨੂੰ ਆਪ ਵਾਲਿਆਂ ਨੇ ਖਰੀਦ ਲਿਆ ਜੀ। ਮੈਂ ਕਿਹਾ ਜੀ ਠੀਕ ਆ ਵੀ ਵਿਕ ਗਏ ਹੋਵੇ, ਕਿੰਨੇ ਚ ਵਿਕਿਆ? ਮੈਂ ਕਿਹਾ ਫਿਰ ਤੁਹਾਨੂੰ ਇਹ ਵੀ ਪਤਾ ਹੋਣਾ। ਜਦੋਂ ਮੈਂ ਨੋਟ ਗਿਣਨੋਂ ਬੰਦ ਹੋ ਗਿਆ, ਬਾਕੀ ਦਾ ਮੇਰਾ ਥੁੱਕ ਮੁੱਕ ਗਿਆ, ਫਿਰ ਬਾਕੀ ਤੂੰ ਗਿਣ ਕੇ ਦਿੱਤੇ ਹੋਣੇ ਆ। ਉਹ ਦੱਸਦਾ ਮੈਂ ਕਿੰਨੇ ਚ ਵਿਕਿਆ, ਮੈਨੂੰ ਕੋਈ ਮਾੜੀ ਮੋਟੀ ਐਵੇਂ ਉਰਲੀ ਪਰਲੇ ਵੜਵਾ ਕਰਕੇ ਆਪਾਂ ਪਰੇ ਹੋ ਜਾਂਦੇ ਆ। ਜੇ ਕਿਸੇ ਕੋਲੇ ਕੋਈ ਸਬੂਤ ਹੈ ਤਾਂ ਉਹਨੂੰ ਜ਼ਰੂਰ ਗੱਲ ਕਰਨੀ। ਕੱਲੇ ਕਿਸੇ ਇੱਕ ਮਾਮਲੇ ਦੀ ਅਸੀਂ ਗੱਲ ਨਹੀਂ ਕਰਦੇ, ਕਿਸੇ ਵੀ ਮਾਮਲੇ 'ਚ ਕੋਈ ਪ੍ਰਧਾਨ ਮੰਤਰੀ ਨਾਲ ਜੁੜਿਆ ਹੋਵੇ, ਕੋਈ ਬੰਦਾ ਇੱਥੇ ਕੋਈ ਸਮਾਜ ਸੇਵਾ ਕਰਦਾ, ਆਪਾਂ ਕਹਿੰਦੇ ਇਹ ਚੋਰ ਆ। ਜੇ ਕੋਈ ਬੰਦਾ ਕੁਝ ਹੋਰ ਕਰਦਾ, ਆਪਾਂ ਕਹਿੰਦੇ ਠੱਗ ਆ। ਕੋਈ ਵੀ ਬੰਦਾ, ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਨੂੰ ਕਹਿੰਦੇ ਵੀ ਕਰਦਾ ਹੀ ਨਹੀਂ, ਇਹ ਕੱਖ ਨਹੀਂ ਕਰਦਾ। ਜਿਹੜਾ ਕਰਦਾ ਇਹ ਸਹੀ ਨਹੀਂ ਕਰਦਾ ਜੀ। ਉਹ ਭਰਾਵੋ ਆਪਾਂ ਆਪ ਵੀ ਕਰੀਏ, ਆਪਾਂ ਖੁਦ ਕੁਝ ਕਰੀਏ, ਉਹ ਬੰਦੇ ਨੂੰ ਖਤਮ ਕਰ, ਮਿੱਟੀ ਕਰ ਦਿਓ ਉਹਦੇ ਕੰਮ ਦੇ ਨਾਲ। ਤੁਸੀਂ ਕਹੋ ਜੀ ਮੈਂ ਜੋ ਕਰਤਾ ਇਹ ਕਦੇ ਨਹੀਂ ਕਰ ਸਕਿਆ। ਬਿਲਕੁਲ। ਅੱਛਾ, ਜਿਹੜੀ ਮੇਨ ਪੰਜਾਬ ਦੀ ਕਮਿਊਨਿਟੀ ਆ ਜਾਂ ਉਹ ਯੰਗ ਅੱਜ ਕੱਲ ਆ ਰਹੇ ਆ, ਉਹ ਇਹੀ ਸੋਚਦੇ ਆ ਕਿ ਗਾਉਣ ਵਾਲੇ, ਲਿਖਾਰੀ, ਨੇਤਾ ਇਹੀ 4-5 ਹੈਗੇ ਆ, ਜਾਂ ਹੋਰ ਵੀ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੂੰ ਟੱਚ ਕਰਨਾ ਚਾਹੀਦਾ, ਟੀਚਰ ਬਣਨਾ ਚਾਹੀਦਾ, ਪ੍ਰਿੰਸੀਪਲ ਬਣਨਾ ਚਾਹੀਦਾ, ਸਾਇੰਟਿਸਟ ਬਣਨਾ ਚਾਹੀਦਾ, ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ? ਕਿਉਂ ਨਹੀਂ ਦਿੱਤਾ ਜਾਂਦਾ? ਬਾਈ ਜੀ ਗੱਲ ਇਹ ਆ ਵੀ ਗਲੈਮਰ ਦਾ ਵਰਲਡ ਆ, ਗਲੈਮਰ ਦੀ ਦੁਨੀਆ ਸਭ ਨੂੰ ਆਪਣੇ ਵੱਲ ਖਿੱਚਦੀ ਆ ਜੀ। ਆਪਾਂ ਆਪਦੇ ਵੱਲ ਲਾ ਕੇ ਦੇਖੀਏ, ਜਦੋਂ ਆਪਾਂ 17-18 ਸਾਲ ਦੇ ਸੀ, ਉਦੋਂ ਸਾਨੂੰ ਵੀ ਤਾਂ ਜਿਹੜੇ ਫਿਲਮਾਂ ਵਾਲੇ ਜਾਂ ਗਾਉਣ ਵਾਲੇ ਜਾਂ ਗਾਉਣ ਵਾਲੀਆਂ ਆਪਣੇ ਵੱਲ ਖਿੱਚਦੇ ਸੀ। ਪਰ ਜਿਵੇਂ ਜਿਵੇਂ ਤੁਸੀਂ ਉਮਰ ਦੀਆਂ ਪੌੜੀਆਂ ਚੜ੍ਹਦੇ, ਤੁਹਾਨੂੰ ਪਤਾ ਲੱਗਦਾ ਕਿ ਯਾਰ ਸੰਸਾਰ ਇਹਨਾਂ ਤੋਂ ਬਿਨਾਂ ਵੀ ਹੈ, ਮਾਇਆ ਆ। ਹਾਂ, ਇਹ ਉਹਨਾਂ ਦਾ ਆਪਣਾ ਕਿੱਤਾ ਜੀ। ਉਹ ਸਾਡੇ ਕੋਲ ਕਿਰਦਾਰ, ਰੋਲ ਮਾਡਲ ਥੋੜੀ ਆ ਜੀ, ਸਾਡੇ ਮਾਰਗਦਰਸ਼ਕ ਥੋੜੀ ਆ। ਮੈਂ ਤਾਂ ਹੈਰਾਨ ਹੁੰਨਾ ਵੀ ਜਿਹੜਾ ਸਾਨੂੰ ਸਿਖਾਉਂਦਾ ਸਾਡਾ ਟੀਚਰ ਸਾਹਿਬਾਨ ਆ, ਉਹ ਤਾਂ ਜੇ ਸਾਨੂੰ ਮਿਲਣਾ ਸੀ ਉਹਨੂੰ ਉਸਤਾਦ ਨਹੀਂ ਮੰਨਦੇ, ਤੇ ਘੰਟੇ ਬਾਅਦ ਅਸੀਂ ਉਸਤਾਦ ਬਦਲ ਦਿੰਦੇ ਆ। ਉਹ ਵੀ ਉਸਤਾਦ ਆ, ਇਹ ਵੀ ਉਸਤਾਦ ਆ। ਫਿਰ ਉਸ ਮਾਮਲੇ ਦੇ ਵਿੱਚ ਵੀ ਸਾਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ। ਹਾਂ, ਅਸੀਂ ਪ੍ਰਭਾਵਿਤ ਹੋਣਾ ਮਾੜੀ ਗੱਲ ਨਹੀਂ ਜੀ। ਉਹ ਪ੍ਰਭਾਵ ਹੋ ਸਕਦਾ ਇਧਰੋਂ ਛੱਡ ਕੇ ਆਪਾਂ ਕੱਲ ਨੂੰ ਇਹਦੇ ਤੋਂ ਹੋ ਜਾਈਏ, ਇਧਰੋਂ ਛੱਡੇ ਕੱਲ ਨੂੰ ਉਧਰਲੇ ਪਾਸੇ ਹੋ ਜਾਈਏ, ਵੀ ਅਸੀਂ ਉਹਨੂੰ ਸਥਾਈ ਮੰਨ ਬੈਨੇ ਆ। ਜਦ ਕਿ ਸਥਾਈ ਨਹੀਂ, ਸਥਾਈ ਤਾਂ ਸਾਡੇ ਸ਼ਹੀਦ ਭਗਤ ਸਿੰਘ ਹੋ ਰਹੀ ਆ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ, ਸ਼ਹੀਦ ਉਦਮ ਸਿੰਘ ਆ, ਰਾਜਗੁਰੂ ਸੁਖਦੇਵ ਆ, ਹੋਰ ਬੜੀਆਂ ਸ਼ਖਸੀਅਤਾਂ। ਰੌਲਾ ਇਹ ਆ ਵੀ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਸ਼ਹੀਦ ਮੰਨ ਕੇ ਨਹੀਂ ਰਾਜੀ। ਸਮੱਸਿਆ ਤਾਂ ਇਹ ਹੈ ਨਾ। ਸੋ ਬਾਕੀ ਇਹ ਕਿ ਅਧਿਆਪਕ ਸਾਹਿਬਾਨ ਦਾ ਕਿੱਤਾ ਜਿਹੜਾ, ਜਾਂ ਹੋਰ ਬਹੁਤ ਸਾਰੇ ਕਿੱਤੇ ਆ, ਉਹਨਾਂ ਦੇ ਵਿੱਚ ਚੰਗੇ ਲੋਕ ਵੀ ਆ, ਗਲਤ ਲੋਕ ਵੀ। ਸਾਡੇ ਪੱਤਰਕਾਰਤਾ 'ਚ ਵੀ ਸਾਰੇ ਚੰਗੇ ਨਹੀਂਗੇ, ਹਰ ਥਾਂ ਤੇ ਗਲਤ ਲੋਕ ਵੀ, ਸਹੀ ਲੋਕ ਵੀ ਆ। ਪਰ ਗੱਲ ਇਹ ਵੀ ਆਪਦਾ ਪਹਿਲਾਂ ਤਾਂ ਨਾ ਰਾਹ ਲੱਭਣਾ ਚਾਹੀਦਾ ਜੀ ਕਿ ਮੈਂ ਤੁਰਨਾ ਕਿੱਧਰ। ਨਾਲੇ ਗੱਲ ਇਹ, ਮੈਨੂੰ ਇਹ ਲੱਗਦਾ ਹੁੰਦਾ ਹਰ ਇੱਕ ਬੰਦਾ ਮਸ਼ਹੂਰ ਹੋਣਾ ਚਾਹੁੰਦਾ ਹੈ, ਤੇ ਉਹਦੇ ਨਾਲ ਹੀ ਇੱਕ ਚੀਜ਼ ਹੋ ਰਿਹਾ ਕਿ ਸ਼ਾਇਦ ਸਾਨੂੰ ਲੋਕਾਂ ਨੂੰ ਇਹ ਲੱਗਦਾ ਹੈ ਕਿ ਆਹ ਕੰਮ ਸੌਖਾ ਬੜਾ ਹੈ। ਚਾਹੇ ਉਹ ਨੇਤਾ ਬਣਨਾ ਹੋਵੇ, ਚਾਹੇ ਉਹ ਪੱਤਰਕਾਰ ਬਣਨਾ ਹੋਵੇ, ਚਾਹੇ ਉਹ ਟੀਵੀ ਤੇ ਆਉਣਾ ਹੋਵੇ, ਚਾਹੇ ਉਹ ਫਿਲਮਾਂ 'ਚ ਕੰਮ ਕਰਨਾ ਹੋਵੇ, ਚਾਹੇ ਉਹ ਗਾਉਣਾ ਹੋਵੇ, ਹੈ ਨਾ। ਸਾਨੂੰ ਇਹ ਲੱਗਦਾ ਇਹ ਕੰਮ ਸੌਖਾ ਹੈ ਤੇ ਛੇਤੀ ਹੋ ਜਾਂਦਾ, ਪਰ ਕੋਈ ਕੰਮ ਸੌਖਾ ਨਹੀਂ ਹੁੰਦਾ ਦੁਨੀਆ ਦੇ ਵਿੱਚ। ਚਾਹੇ ਤੁਸੀਂ ਨੇਤਾ ਹੋ ਤਾਂ ਤੁਹਾਨੂੰ ਬਹੁਤ ਕੁਝ ਆਪਣੇ ਲਈ ਛੱਡਣਾ ਵੀ ਪੈਂਦਾ, ਬਹੁਤ ਕੁਝ ਸਹਿਣਾ ਵੀ ਪੈਂਦਾ, ਬਹੁਤ ਕੁਝ ਹੰਡਾਉਣਾ ਵੀ ਪੈਂਦਾ, ਫਿਰ ਨੇਤਾ ਬਣਦੇ ਹੋ। ਸੋ ਹਰ ਇੱਕ ਚੀਜ਼ ਦੇ ਵਿੱਚ ਮਿਹਨਤ ਆ, ਮਿਹਨਤ ਕਰਕੇ ਹੀ ਕਿਸੇ ਮੁਕਾਮ ਤੱਕ ਪਹੁੰਚ ਸਕਦੇ ਹੋ। ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ। ਠੀਕ ਹੈ, ਆਪਾਂ ਨਾ ਟਹਿਣਾ ਸਾਹਿਬ ਦੇ 1 ਮਿੰਟ ਕੰਨ ਬੰਦ ਕਰਾਉਣੇ ਆ, ਤੇ ਤੁਸੀਂ ਦੱਸ ਦਿਓ ਜੇ ਕੋਈ ਇਹਨਾਂ ਦਾ ਉਲਾਂਭਾ ਦੇਣਾ ਤਾਂ। ਕੋਈ ਉਲਾਂਭਾ ਨਹੀਂ, ਮੈਂ ਇਹ ਗੱਲ ਮਾਣ ਨਾਲ ਕਹਿ ਸਕਦੀ ਹਾਂ, ਅੱਜ ਤੱਕ ਜੋ ਵੀ ਸਿੱਖਿਆ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਅਧਿਆਪਕ ਸਹਿਬਾਨਾਂ ਤੋਂ, ਤੇ ਉਸ ਤੋਂ ਬਾਅਦ ਟਹਿਣਾ ਸਾਹਿਬ ਤੋਂ। ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਮਾਪੇ ਤੋਂ ਸਿੱਖਦੇ ਹੋ, ਘਰ ਦੇ ਵਿੱਚੋਂ ਸਿੱਖਦੇ ਹੋ ਜੋ ਕੁਝ ਵੀ ਬੋਲਣਾ ਹੈ, ਜਿਵੇਂ ਰਹਿਣਾ ਹੈ, ਸਹਿਣਾ ਹੈ, ਕਿਵੇਂ ਦੁਨੀਆ 'ਚ ਵਿਚਰਨਾ ਹੈ। ਉਸ ਤੋਂ ਬਾਅਦ ਤੁਹਾਡੇ ਅਧਿਆਪਕ ਸਹਿਬਾਨ ਤੁਹਾਨੂੰ ਸਿਖਾਉਂਦੇ ਨੇ ਵੀ ਕਿਵੇਂ 4 ਬੰਦਿਆਂ 'ਚ ਬਹਿ ਕੇ ਤੁਸੀਂ ਅਕਲ ਦੀ ਗੱਲ ਕਰਨੀ ਹੈ, ਕਿਵੇਂ ਸਲੀਕੇ ਨਾਲ ਜ਼ਿੰਦਗੀ ਜਿਉਣੀ ਹੈ। ਤੇ ਉਸ ਤੋਂ ਬਾਅਦ ਜਿੱਥੇ ਤੁਸੀਂ ਕੰਮ ਕਰਦੇ ਹੋ, ਜੇ ਉੱਥੇ ਇੰਨਾ ਵਧੀਆ ਸਾਥ ਮਿਲ ਜਾਵੇ ਵੀ ਜਿੱਥੋਂ ਤੁਹਾਨੂੰ ਤੁਸੀਂ ਸਿੱਖ ਸਕਦੇ ਹੋ ਬਹੁਤ ਕੁਝ, ਜਿੱਥੇ ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ ਵੀ 1 ਤੇ 1 11 ਹੋ ਜਾਂਦਾ ਹੈ, ਵੀ ਜਿੱਥੇ ਇੰਨੇ ਸਾਲਾਂ ਦਾ ਤਜਰਬਾ, ਤੋਂ ਸਾਰਾ ਤਜਰਬਾ ਤੁਹਾਡੇ ਉੱਤੇ ਵੀ ਇਨਵੈਸਟ ਕੀਤਾ ਜਾ ਰਿਹਾ ਤੁਹਾਨੂੰ ਸਿਖਾਉਣ ਦੇ ਲਈ, ਤਾਂ ਫਿਰ ਤੁਸੀਂ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦੇ ਹੋ ਜੀ। ਸੋ ਇਸ ਲਈ ਕੋਈ ਉਲਾਂਭਾ ਨਹੀਂ। ਠੀਕ ਹੈ। ਅੱਛਾ ਟਹਿਣਾ ਸਾਹਿਬ, ਤੁਸੀਂ ਦੱਸੋ ਕਿ ਤੁਸੀਂ ਇਹਨਾਂ ਦੇ ਨਾਲ ਹੁਣ ਕਾਫੀ ਟਾਈਮ ਹੋ ਗਿਆ, ਸਾਲ ਹੋ ਗਏ, 5-6 ਸਾਲ ਹੋ ਗਏ ਜੀ, 6 ਕੰਮ ਕਰਦੇ ਹੋ ਗਏ ਤੁਸੀਂ। ਇਹਨਾਂ ਨੂੰ ਕਾਫੀ ਟਾਈਮ ਤੋਂ ਦੇਖਦੇ, ਇੰਪਰੂਵਮੈਂਟ ਕਰਦੇ ਹੋਏ, ਚੜ੍ਹਦੀ ਕਲਾ ਵੱਲ ਨੂੰ ਜਾਂਦੇ ਹੋਏ, ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਕਿ ਅੱਗੇ ਨਾਲੋਂ ਬਹੁਤ ਜ਼ਿਆਦਾ ਹੁਣ ਤਾਂ ਨਹਿਲੇ ਤੇ ਦਿਲ ਆਈ ਆਉਂਦਾ? ਬਿਲਕੁਲ ਦੇਖੋ, ਬੜੀ ਇੱਕ ਸਾਫ਼ ਗੱਲ ਆ
ਮੈਂ ਕਦੇ ਵੀ ਸਿਹਰਾ ਲੈਣ ਦੀ ਦੌੜ 'ਚ ਨਹੀਂ ਪੈਂਦਾ ਜੀ। ਜ਼ਿੰਦਗੀ ਨੂੰ ਤਰਕ ਦੇ ਨਾਲ ਤੇ ਤਰੀਕੇ ਦੇ ਨਾਲ ਤੇ ਜ਼ਮੀਨੀ ਪੱਧਰ ਤੇ ਜਿਉਣ ਦਾ ਚੱਜ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜੀ। ਜੇ ਮੇਰੀ ਥਾਂ ਤੇ ਕਿਸੇ ਹੋਰ ਨਾਲ ਵੀ ਪ੍ਰੋਗਰਾਮ ਕਰਦੇ ਹੁੰਦੇ ਜੀ ਤਾਂ ਹੋ ਸਕਦਾ ਵੀ ਇਸ ਤੋਂ ਵਧੀਆ ਵੀ ਚੱਲਦਾ ਜੀ ਵੀ ਹੋ ਸਕਦਾ, ਜੀ ਪਰ ਇਹ ਹੈ ਜੀ ਕਿ ਇਹ ਪ੍ਰੋਗਰਾਮ ਇਹਨਾਂ ਦਾ ਹੀ ਆ, ਚੱਜ ਦਾ ਵਿਚਾਰ ਜਿਹੜਾ। ਜੀ। ਮੈਂ ਤਾਂ ਬਾਅਦ ਦੇ ਵਿੱਚ ਜੁੜਿਆ, ਅੱਛਾ ਉਹ ਇਹੀ ਧੁਰਾ ਉਹਦਾ, ਮੈਂ ਤਾਂ ਸਹਿਯੋਗੀ ਹਾਂ। ਠੀਕ ਹੈ। ਤੇ ਅਗਲੀ ਗੱਲ ਇਹ ਜੀ ਕਿ ਜਦੋਂ ਤੁਸੀਂ ਕੰਮ ਲਗਾਤਾਰਤਾ ਦੇ ਵਿੱਚ ਕਰਦੇ ਹੋ ਤਾਂ ਤੁਹਾਡੇ 'ਚ ਨਿਖਾਰ ਆਪੇ ਹੀ ਆਉਂਦਾ। ਜੇ ਤੁਸੀਂ ਭਲਵਾਨੀ ਕਰਦੇ ਹੋ ਤੁਹਾਨੂੰ ਦਾ ਆਪੇ ਆਉਂਦੇ ਆ, ਜੇ ਤੁਸੀਂ ਅਧਿਆਪਨ ਦੇ ਵਿੱਚੋਂ ਫਿਰ ਤੁਹਾਨੂੰ ਪੜ੍ਹਾਉਣਾ ਆਪੇ ਆ ਜਾਂਦਾ, ਡਾਕਟਰ ਨੂੰ ਤਾਂ ਆਪਰੇਸ਼ਨ ਕਰਨੇ ਆਪੇ ਜਾਂਦੇ, ਪੱਤਰਕਾਰ ਨੂੰ ਤੁਹਾਨੂੰ ਗੱਲ ਕਰਨ ਦਾ ਵੱਲ ਆਪੇ ਆ ਜਾਂਦਾ। ਸੋ ਅਭਿਆਸ ਦੇ ਨਾਲ ਹੀ ਆ। ਇੱਕ ਨਾ ਅੱਜ ਕੱਲ ਜਨਰੇਸ਼ਨ ਦੇ ਵਿੱਚ ਯੰਗ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਆਉਂਦਾ ਕਿ ਅਸੀਂ ਪਹਿਲੇ ਦਿਨ ਹੀ ਪਰਫੈਕਟ ਹੋਈਏ, ਸਾਡੇ ਪਹਿਲੇ ਦਿਨ ਹੀ ਵਿਊ ਹੋਣ, ਸਾਡੇ ਪਹਿਲੇ ਦਿਨ ਨਹੀਂ ਬਾਈ ਜੀ, ਉਹ ਨਹੀਂ, ਉਹ ਬਹੁਤ ਮੂਰਖਮਤੀ ਗੱਲ ਆ, ਉਹ ਬਹੁਤ ਮੂਰਖਮਤੀ ਗੱਲ ਆ। ਜੇ ਤੁਸੀਂ ਕੰਮ ਨਹੀਂ ਕਰਦੇ, ਸਾਡੇ ਕੋਲੇ ਅੱਜ ਵੀ ਹੁਣ ਮੈਂ ਯਕੀਨ ਮੰਨਿਓ ਮੇਰੇ ਕੋਲੇ ਘੱਟੋ ਘੱਟ 3-4 ਚੈਨਲਾਂ ਦੇ ਮੈਨੂੰ ਫੋਨ ਆਏ ਆ ਪਿਛਲੇ ਕੁਝ ਸਮੇਂ ਦੇ ਵਿੱਚ ਵੀ ਕੋਈ ਕਹਿੰਦਾ ਸਾਨੂੰ 2 ਐਂਕਰ ਚਾਹੀਦੇ ਆ, ਕੋਈ ਕਹਿੰਦਾ ਸਾਨੂੰ 3 ਐਂਕਰ ਚਾਹੀਦੀਆਂ। ਪਰ ਰੌਲਾ ਇਹ ਹੈ ਜੀ ਕਿ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਇਹ ਤਾਂ ਜਾਣਦੇ ਬਿਪਾਸ਼ਾ ਬਸੂ ਕਿਵੇਂ ਆ, ਕੰਗਣਾ ਰਣੌਤ ਕਿਵੇਂ ਆ, ਅਨੰਨਿਆ ਪਾਂਡੇ ਕੀ ਕਰਦੀ ਆ, ਜੈਕਲਿਨ ਫਰਨਾਂਡੇਜ਼ ਕੀ ਕਰਦੀ ਆ, ਜੌਨ ਇਬਰਾਹਿਮ ਕੀ ਕਰਦਾ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਗਿਆਨ ਨਹੀਂ ਆ। ਪੱਤਰਕਾਰੀ ਮਨੁੱਖੀ ਸਰੀਰ ਵਰਗੀ ਆ, ਉਹਦੇ ਵਿੱਚ ਬਾਂਹ ਦੀ ਵੀ ਅਹਿਮੀਅਤ ਆ, ਸਿਰ ਦੀ ਵੀ ਆ, ਕੰਨ ਦੀ ਵੀ, ਅੱਖ ਦੀ ਵੀ, ਲੱਤ ਦੀ ਵੀ, ਪੈਰ ਦੀ ਵੀ, ਸਭ ਕੁਝ ਦੀ ਆ। ਉਵੇਂ ਪੱਤਰਕਾਰਤਾ ਦੇ ਵਿੱਚ ਆ ਇਹ ਧਾਰਮਿਕ ਵੀ ਜਾਣਕਾਰੀ ਹੋਣੀ ਚਾਹੀਦੀ ਆ, ਸੱਭਿਆਚਾਰਕ ਵੀ, ਰਾਜਨੀਤਿਕ ਵੀ, ਸਿੱਖਿਆ ਬਾਰੇ ਵੀ, ਸਿਹਤ ਬਾਰੇ ਵੀ, ਹੋਰ ਵੀ ਵੱਖ-ਵੱਖ ਕਿੱਤਿਆਂ ਦੀ। ਸੋ ਉਹ ਸਿੱਖਦੇ ਨਹੀਂਗੇ, ਉਹਨਾਂ ਨੂੰ ਸਮਾਂ ਲਾਉਣਾ ਪਊਗਾ। ਕੋਈ ਚੀਜ਼ ਤੁਹਾਨੂੰ ਬਾਜ਼ਾਰ ਦੇ ਵਿੱਚ ਦਵਾਈ ਤਾਂ ਹੈ ਨਹੀਂ ਵੀ ਘੋਲ ਕੇ ਪੀ ਲਈ ਤੇ ਆਪਾਂ ਨੂੰ ਤੜਕੇ ਤੱਕ ਟਣਾ-ਟਣ ਹੋ ਗਏ ਜੀ। ਅਸੀਂ ਹਰ ਰੋਜ਼ ਪ੍ਰੋਗਰਾਮ ਕਰਨ ਤੋਂ ਪਹਿਲਾਂ 3-4 ਘੰਟੇ ਹਰ ਰੋਜ਼ ਅਖਬਾਰਾਂ ਪੜ੍ਹਦੇ ਹਾਂ ਜੀ। ਜਿਹੜਾ ਵੀ ਬੰਦਾ ਪੜੂਗਾ ਉਹਦਾ ਥੋੜੀ ਜੀ ਵੱਖਰੀ ਉਹਦੀ ਪਛਾਣ ਬਣੂਗੀ ਜੀ। ਉਹਦੇ ਲਈ ਪੜ੍ਹਨਾ ਪੈਣਾ ਜੀ। ਜੇ ਟੈਂਕੀ 'ਚ ਪਾਣੀ ਹੋਊਗਾ ਟੂਟੀ ਰਾਹੀਂ ਤਾਂ ਆਊਗਾ ਜੀ। ਜੇ ਤੁਸੀਂ ਪੜੋਗੇ ਹੀ ਨਹੀਂ, ਹੁਣ ਮੈਨੂੰ ਕਈ ਬੰਦੇ ਕਹਿੰਦੇ ਜੀ ਕਿ ਮੈਂ ਕਹਾਣੀ ਲਿਖਦਾ ਜੀ ਤੇ ਮੇਰੀ ਕਹਾਣੀ ਫਲਾਣੇ ਅਖਬਾਰ 'ਚ ਛਪ ਜੂ। ਮੈਂ ਕਹਿੰਦਾ ਵੀ ਜਿਹੜੇ ਫਲਾਣੇ ਮਹਾਨ ਕਹਾਣੀਕਾਰ ਆ ਉਹਨਾਂ ਨੂੰ ਤੁਸੀਂ ਪੜ੍ਹਦੇ ਹੋ, ਕਦੇ ਪੜ੍ਹੇ ਹੋ, ਕਦੇ ਨਹੀਂ। ਤੇ ਮੈਂ ਕਿਹਾ ਵੀ ਉਹ ਇੰਨੇ ਮਹਾਨ ਆ, ਤੂੰ ਨਹੀਂ ਕਦੇ ਪੜ੍ਹਿਆ, ਤੈਨੂੰ ਕਿਹਨੇ ਪੜ੍ਹਨਾ ਜੀ? ਪਹਿਲਾਂ ਤੂੰ ਪੜ੍ਹਨ ਦਾ ਵੱਲ ਪਾ ਜੀ, ਢੰਗ ਸਿੱਖ, ਫਿਰ ਸ਼ਾਇਦ ਤੈਨੂੰ ਕੋ ਪੜ੍ਹੇ। ਮਤਲਬ ਇਹ ਆ ਵੀ ਸਾਨੂੰ ਚਾਹੀਦਾ ਮਿੰਟਾਂ ਸਕਿੰਟਾਂ 'ਚ ਸਫਲਤਾ, ਉਹ ਐ ਨਹੀਂ ਹੁੰਦਾ ਯਾਰ, ਇਹ ਲਾਟਰੀ ਥੋੜੀ ਆ ਇਹ। ਨਾਲੇ ਵੈਸੇ ਵੀ ਜਦੋਂ ਬੱਚਾ ਜੰਮਦਾ ਉਹ ਪਹਿਲੇ ਦਿਨ ਹੀ ਤੁਰਨਾ ਨਹੀਂ ਸ਼ੁਰੂ ਕਰ ਦਿੰਦਾ, 2-2.5 ਸਾਲ ਉਹਨੂੰ ਲੱਗਦੇ ਨੇ, ਪਹਿਲਾਂ ਰਿੜਦਾ ਹੈ, ਫਿਰ ਹੌਲੀ ਖੜਾ ਹੋਣਾ ਸਿੱਖਦਾ, ਫਿਰ ਉਸ ਤੋਂ ਬਾਅਦ ਤੁਰਦਾ। ਤੁਸੀਂ ਬਾਈ ਜੀ ਇੰਗਲੈਂਡ ਦੇ ਵਿੱਚੋਂ ਤੁਸੀਂ ਹੁਣ ਪਹਿਲੇ ਦਿਨ ਥੋੜੀ ਕਾਮਯਾਬ ਹੋ ਗਏ ਆ, ਤੁਸੀਂ ਬਹੁਤ ਘਾਲਣਾ ਘਾਲੀ ਹੋਣੀ ਆ, ਫਿਰ ਤੁਸੀਂ ਕਈ ਸਾਲਾਂ 'ਚ ਦਹਾਕੇ ਬੱਧੀ ਸਮਾਂ ਲਾ ਕੇ ਫਿਰ ਕਾਮਯਾਬ ਹੋਏ ਨਾ, ਰੋਟੀ ਜੋਗੇ ਹੋਏ ਆ। ਹੁਣ ਜੇ ਤੁਸੀਂ ਆਉਣ ਸਾਰੀ ਕਹਿ ਦਿੰਦੇ ਵੀ ਭਾਈ ਮੈਨੂੰ ਇੱਥੋਂ ਦਾ MP ਬਣਾ ਦਿਓ, ਇਹ ਸੰਭਵ ਥੋੜੀ ਆ। ਸੋ ਹੌਲੀ ਆ ਯਾਰ, ਇਹ ਤਾਂ ਮਿਹਨਤ ਇਹ ਆ ਕਿ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਆ। ਸ਼ੁਰੂਆਤ ਕਰਾਂਗੇ ਤਾਂ ਮੰਜ਼ਿਲ ਤੱਕ ਪਹੁੰਚਾਂਗੇ, ਇਹਦੇ ਤਾਂ ਦੇਈ ਚੱਲੋ ਲਾਂਬੇ, ਰਜਾਈ 'ਚ ਬੈਠੇ ਇਨਕਲਾਬ ਨਹੀਂ ਆਉਂਦਾ। ਜਿਵੇਂ ਮੈਂ ਚਾਹੀਦਾ ਵਿਚਾਰ ਦਿੱਤਾ ਸੀ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਕਿ ਇਮਾਰਤ ਜਿੰਨੀ ਮਰਜ਼ੀ ਉੱਚੀ, ਜਿੰਨੀ ਮਰਜ਼ੀ ਵੱਡੀ, ਜਿੰਨੀ ਮਰਜ਼ੀ ਖੁੱਲੀ ਡੁੱਲੀ ਹੋਏ, ਉਹਦੀ ਸ਼ੁਰੂਆਤ, ਉਹਦੀ ਨੀਂਹ ਇੱਕ ਇੱਟ ਨਾਲ ਰੱਖੀ ਜਾਂਦੀ ਹੈ। ਸੋ ਸਫਲਤਾ ਤੱਕ ਪਹੁੰਚਣ ਦੇ ਲਈ ਇੱਕ ਕਦਮ ਤਾਂ ਪੱਟਣਾ ਹੀ ਪਊਗਾ। ਠੀਕ ਹੈ। ਇੱਕ ਲਾਸਟ ਚੀਜ਼ ਮੇਰੀ ਟਹਿਣਾ ਸਾਹਿਬ ਦੇ ਲਈ ਸਵਾਲ ਆ ਜੀ, ਕੁਐਸਚਨ ਆ ਜੀ ਸਰ ਜੀ, ਉਹ ਬੁੱਗੇ ਦੀ ਮਾੜੀ ਜੀ ਗੱਲ ਦੱਸਿਓ। ਜਦੋਂ ਨਾ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ, ਤੁਸੀਂ ਜਨਤਕ ਥਾਵਾਂ ਤੇ ਜਾਂਦੇ ਹੋ, ਤੁਹਾਨੂੰ ਪਾਤਰ ਉੱਥੋਂ ਮਿਲਦੇ, ਤੁਹਾਨੂੰ ਮੈਟਰ ਉੱਥੋਂ ਮਿਲਦਾ ਜੀ। ਇੱਕ ਵਾਰੀ ਅਸੀਂ ਕੀਤੀ ਇੰਟਰਵਿਊ ਪੂਰਨ ਚੰਦ ਵਡਾਲੀ ਸਾਹਿਬ ਦੀ ਜੀ, ਉਹ ਕਹਿੰਦੇ ਵੀ ਮੈਂ ਨਾ ਸਕੂਟਰੀ ਤੇ ਹੀ ਰਹਿਣਾ ਆਪਣੇ ਸ਼ਹਿਰ 'ਚ ਜੀ, ਉਹਨਾਂ ਦੇ ਕੋਲੇ ਪੈਸੇ ਆ, ਉਹ ਮਹਿੰਗੀ ਗੱਡੀ BMW 'ਚ ਵੀ ਜਾ ਸਕਦੇ ਆ। ਉਹ ਕਹਿੰਦੇ ਯਾਰ ਵੀ ਮੈਂ ਬੋਲਣਾ ਹੁੰਦਾ, ਮੇਰੇ ਪਾਤਰ ਤਾਂ ਉੱਥੋਂ ਨਿਕਲਦੇ ਨਾ ਆਲੇ ਦੁਆਲੇ ਜੀ। ਜਦੋਂ ਮੈਂ ਬੱਸ 'ਚ ਜਾਣਾ ਪਿੰਡ, ਉੱਥੋਂ ਪਾਤਰ ਨਿਕਲਦੇ ਆ ਜੀ। ਬੱਸ ਦੇ ਵਿੱਚ ਕੌਣ ਕੀ ਕਹਿੰਦਾ, ਕਿੰਨੀ ਉੱਚੀ ਗੱਲ ਕਰਦਾ, ਕਿਹੋ ਜਿਹੀ ਗੱਲ ਕਰਦਾ, ਕਿੱਥੇ ਸ਼ਰਮਾਉਂਦਾ, ਕਿੱਥੇ ਹੱਸਦਾ, ਕਿੰਨਾ ਉੱਚੀ ਬੋਲਦਾ, ਉਵੇਂ ਹੀ ਸੀ ਉਹ। ਵੀ ਇੱਕ ਬੀਬੀ ਕੋਈ ਵੀ ਆਪਦੇ ਪ੍ਰੇਮੀ ਜਨ ਮਿਲਾਪ ਦੇ ਲਈ ਤੜਫ ਰਹੀ ਆ, ਉਹ ਕਿਸੇ ਨਾਲ ਗੱਲ ਕਰ ਰਹੀ ਵੀ ਬੁੱਗੇ ਤੂੰ ਮੈਨੂੰ ਬੁਲਾਇਆ ਮੈਂ ਆਈ ਨਾ, ਉਹ ਐਦਾਂ ਨਹੀਂ। ਬਹੁਤ ਸ਼ੁਕਰੀਆ, ਮਿਹਰਬਾਨੀ ਬਾਈ ਜੀ, ਬਹੁਤ ਮਿਹਰਬਾਨੀ, ਧੰਨਵਾਦ, ਮਿਹਰਬਾਨੀ, ਥੈਂਕ ਯੂ। ਅੱਛਾ, ਇਹ ਸੀਗੇ ਆਪਣੇ ਬਲੈਤੀਏ ਨਵੇਂ ਆਏ ਤੇ ਇਹਨਾਂ ਦਾ ਬਹੁਤ ਹੀ ਸਤਿਕਾਰ। ਇਹ ਜਿੱਦਾਂ ਦੇ ਔਨ ਦਾ ਕੈਮਰਾ ਆ ਉਦਾਂ ਦਾ ਹੀ ਮੈਨੂੰ ਉਦਾਂ ਲੱਗੇ, ਤੇ ਇਦਾਂ ਦੇ ਠੋਸ ਬੰਦਿਆਂ ਦੀ ਸਾਨੂੰ ਹੋਰ ਵੀ ਜ਼ਰੂਰਤ ਆ ਸਮਾਜ ਨੂੰ, ਤਾਂ ਕਿ ਸਾਡੀ ਪੰਜਾਬੀਅਤ ਚੜ੍ਹਦੀ ਕਲਾ 'ਚ ਰਵੇ। ਤੇ ਅੱਜ ਦੇ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ ਜੀ।